ਜਿਹੜਾ ਗਿਆਨ ਆ ਨਾ, ਉਹ ਵਧਾਉਣ ਲਈ ਤੁਹਾਨੂੰ ਨਵੇਂ ਵਿਚਾਰ ਲੈਣੇ ਪੈਂਦੇ ਆ। ਉਹ ਬੜਾ ਜ਼ਰੂਰੀ ਆ। ਪਰ ਇੱਕ ਚੀਜ਼ ਆ ਕਿ ਨਵੇਂ ਵਿਚਾਰ ਗ੍ਰਹਿਣ ਕਰਨ ਦੇ ਨਾਲ ਸਾਡੀ ਸਿਆਣਪ ਵੱਧ ਜਾਂਦੀ ਆ। ਜਦੋਂ ਤੁਸੀਂ ਆਪਣੀ ਜ਼ਿੰਦਗੀ ਵੱਲ ਪਿੱਛੇ ਮੁੜ ਕੇ ਦੇਖੋਗੇ ਨਾ, ਤੇ ਤੁਹਾਨੂੰ ਪਤਾ ਲੱਗਣਾ ਵੀ ਜਿੱਥੇ ਕੁਛ ਨਵਾਂ ਲੈਣਾ ਹੈ ਨਾ, ਅਸੀਂ ਉਹਦੇ ਨਾਲ ਨਾਲ ਜਿਹੜਾ ਪੁਰਾਣਾ ਆ, ਜੋ ਅਸੀਂ ਕਰ ਰਹੇ ਹਾਂ, ਉਹ ਤਿਆਗਣਾ ਵੀ ਪੈਣਾ। ਜਿਹੜੀਆਂ ਮਰ ਚੁੱਕੀਆਂ ਪਰੰਪਰਾਵਾਂ ਨਾ, ਜਦੋਂ ਉਹਨਾਂ ਨੂੰ, ਜਿੱਦਾਂ ਘਰ ਦੇ ਵਿੱਚ ਕੋਈ ਬਜ਼ੁਰਗ ਆ, ਉਹ ਚੜ੍ਹਾਈ ਕਰ ਜਾਂਦਾ, ਜਿਹੜੀ ਲਾਸ਼ ਆ, ਜਿਹੜਾ ਮੁਰਦਾ ਆ, ਉਹਨੂੰ ਥੋੜੀ ਢੋਇਆ ਜਾਂਦਾ। ਆਪਾਂ ਅੱਗੇ ਵੀ ਗੱਲ ਕਰਦੇ ਸੀ ਵੀ ਚਮਕੌਰ ਦੀ ਗੜੀ 'ਚ ਜਦੋਂ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਲੜਦੇ ਲੜਦੇ ਸ਼ਹੀਦ ਹੋ ਜਾਂਦੇ ਆ, ਤੇ ਜਦੋਂ 10ਵੇਂ ਪਾਤਸ਼ਾਹ ਛੱਡ ਕੇ ਜਾਣ ਲੱਗੇ, ਤੇ ਭਾਈ ਦਇਆ ਸਿੰਘ ਉਹਨਾਂ ਨੂੰ ਇਤਿਹਾਸ ਕਹਿੰਦਾ, ਉਹ ਜਿੱਦਾਂ ਵੀ ਕਵੀਆਂ ਨੇ ਲਿਖਿਆ, ਵੀ ਉਹ ਕਹਿਣ ਲੱਗੇ ਵੀ ਤੁਸੀਂ ਇੱਥੇ ਕਫਨ ਤਾਂ ਪਾ ਦਈਏ। ਉਹ ਕਹਿੰਦੇ ਨਹੀਂ, ਅਸੀਂ ਬਹੁਤ ਵੱਡਾ ਇਸ਼ੂ ਬਣਾ ਕੇ ਉਹਨੂੰ ਪੇਸ਼ ਕਰਦੇ ਹਾਂ। ਜਦ ਕਿ ਸੱਚਾਈ ਇਹ ਆ ਵੀ ਲਾਸ਼ ਨੂੰ ਢੋਇਆ ਨਹੀਂ ਜਾਂਦਾ। ਹਰੇਕ ਸਮਾਜ ਨੇ ਆਪਣੇ ਤਰੀਕੇ ਨਾਲ ਉਹ ਲਾਸ਼ ਨੂੰ ਸੰਭਾਲਣ ਦਾ ਕੋਈ ਵਿਧੀ ਵਿਧਾਨ ਬਣਾ ਦਿੱਤਾ, ਮਰਿਆਦਾ ਕੋਈ ਬਣਾ ਦਿੱਤੀ ਆ। ਸਾਡੇ ਆਪੇ ਕੱਪੜਾ ਪਾ ਕੇ ਉਹਨੂੰ ਲਿਜਾ ਕੇ ਸਿਵਿਆਂ 'ਚ ਲੱਕੜਾਂ ਰੱਖ ਕੇ ਅੱਗ ਲਾ ਦਿੱਤੀ ਜਾਂਦੀ ਆ। ਉਹ ਜਿਹੜਾ ਕੱਪੜਾ ਪਾਇਆ ਜਾਂਦਾ ਉਹਨੂੰ ਕਫਨ ਕਹਿੰਦੇ ਆ, ਤੇ ਕਫਨ ਨੂੰ ਅਸੀਂ ਬਹੁਤ ਇੰਪੋਰਟੈਂਟ ਬਣਾ ਦਿੱਤਾ ਵੀ ਜ਼ਰੂਰੀ ਆ ਯਾਰ। ਲਾਸ਼ 2 ਮੀਟਰ ਕੱਪੜਾ ਵੀ ਨਹੀਂ ਕਰ ਸਕੇ। ਕੀ ਮਤਲਬ, ਕਿਹਨੇ ਕਹਿਣਾ, ਆਇਆ ਕਿੱਥੋਂ ਆ ਉਹ? ਇਹੀ ਜਿਹੜਾ ਬ੍ਰਾਹਮਣ ਦਾ ਸਵਰਗ ਨਰਕ ਵਾਲਾ ਇੱਕ ਰੱਬ ਬੈਠਾ ਆ, ਜਿਹੜਾ ਲੈ ਕੇ ਜਾਂਦਾ, ਜਿੱਥੇ ਨੂੰ 362-60 ਦਿਨ ਜਿੰਨੇ ਵੀ ਲੱਗਦੇ ਆ, ਠੀਕ ਹੈ, ਉਹ ਸਾਰਾ ਕੁਛ ਉਹ ਦਿਮਾਗ ਦੇ ਵਿੱਚ ਬੈਠਾ। ਨਹੀਂ ਤਾਂ ਕਫਨ ਦੀ ਵੀ ਕੋਈ ਗੱਲ ਨਹੀਂ ਹੈਗੀ। ਜਦੋਂ ਤੁਸੀਂ ਕੁਛ ਨਵਾਂ ਕਰਨਾ ਆ ਨਾ, ਤੇ ਇਹ ਪਰਵਾਹ ਨਹੀਂ ਕਰਨੀ ਚਾਹੀਦੀ ਵੀ ਮੇਰੀ ਲਾਸ਼ ਨੂੰ ਕੌਣ ਚੱਕੂਗਾ, ਮੇਰੀ ਅਰਥੀ ਨੂੰ ਕੌਣ ਚੱਕੂਗਾ, ਮੇਰੇ ਤੇ ਕਫਨ ਪਊਗਾ ਜਾਂ ਨਹੀਂ ਪਊਗਾ। ਜਦੋਂ ਤੁਸੀਂ ਇਹ ਸੋਚਣ ਲੱਗੇ, ਫਿਰ ਤੁਹਾਨੂੰ ਉਹ ਚਾਰ ਬਚਾ ਕੇ ਰੱਖਣੇ ਪੈਣੇ ਆ। ਤੁਹਾਨੂੰ ਖਿਆਲ ਰੱਖਣਾ ਪੈਣਾ ਵੀ ਚਲੋ ਠੀਕ ਹੈ, ਆਹ ਤਾਂ ਹੁਣ ਗੁਰੂ ਨਾਨਕ ਪਾਤਸ਼ਾਹ ਦੇਖਦੇ ਪਿਆ, ਤਾਂ ਹੋ ਗਿਆ ਲੈਣਾ, ਠੀਕ ਹੈ, ਇਹਨੂੰ ਮੈਂ ਗੱਦੀ ਦਿੱਤੀ। ਹੁਣ ਜਿਹੜੇ ਆਲੇ ਦੁਆਲੇ ਹੋਣੇ ਆ, ਜਿਹੜੇ 10, 15, 20, 50, 100, 200 ਜਾਂ ਲੱਖ ਜਿੰਨੇ ਵੀ ਗੁਰੂ ਸਾਹਿਬ ਦੇ ਨੇੜੇ ਹੋਣੇ ਆ, ਸਾਰੇ ਇਦਾਂ ਹੀ ਸਮਝਦੇ ਹੋਣੇ ਚਹੇਤੇ ਆ, ਅਸੀਂ ਤਾਂ ਬੜੇ ਖਾਸ ਆ। ਤੇ ਇਹਨਾਂ ਚੋਂ ਇਦਾਂ ਕਿਹਨੂੰ ਚੱਕ ਕੇ ਅੰਗਦ ਬਣਾਉਂਦੇ, ਕਿਹਨੂੰ ਅੰਗ ਨਾਲ ਲਾਉਂਦੇ? ਇਦਾਂ ਜੇ ਇਹ ਸੋਚਦੇ ਵੀ ਚਲੋ ਠੀਕ ਹੈ, ਇੱਕ ਨੂੰ ਤਾਂ ਜ਼ਿੰਮੇਵਾਰੀ ਦੇਣੀ ਆ, ਪਰ ਨਾਲ 4 ਉਹ ਵੀ ਚਾਹੀਦੇ ਜਿਹੜੇ ਅਰਥੀ ਨੂੰ ਮੋਢਾ ਦੇਣਗੇ। ਫਿਰ ਚੌਹਾਂ ਨੂੰ ਵੰਡ ਕੇ ਦੇਣੀ ਪੈਣੀ ਸੀ ਉਹਨਾਂ ਨੂੰ। ਨਹੀਂ ਤਾਂ ਜਿੰਨੇ ਵੀ ਖਾਸ ਅਕਸਰ ਅਰਥੀ ਚੱਕਣ ਲਈ ਵੀ ਤਾਂ ਉਹੀ ਹੋਣਗੇ ਨਾ, ਜਿਹੜੇ ਉਹਨਾਂ ਤੋਂ ਵਾਅਦਾ ਲਊਂਗੇ ਵੀ ਭਾਈ ਤੁਸੀਂ ਇੰਨਾ ਮੈਂ ਸਾਥ ਦਿੱਤਾ ਤੁਹਾਡਾ, ਤੁਸੀਂ ਮੈਨੂੰ ਕਹਿੰਦੇ ਰਹੇ ਵੀ ਆਪਾਂ ਇਕੱਠੇ ਆ, ਵੀ ਹੁਣ ਖਿਆਲ ਰੱਖਿਓ, ਮੈਂ ਇਦਾਂ ਨਾ ਹੋਵੇ ਵੀ ਸਿਵਿਆਂ 'ਚ ਲਿਜਾਣ ਵਾਲਾ ਕੋਈ ਨਾ ਹੋਵੇ। ਮੈਨੂੰ ਖਾਸੇ ਹੋਣਗੇ ਉਹ ਵੀ, ਜਿਹੜੇ ਇੰਨੇ ਖਾਸ ਹੋਣਗੇ ਉਹ ਗੁੱਸੇ ਨਾ ਹੋਣਗੇ, ਉਹ ਕਹਿਣਗੇ ਨਾ ਵੀ ਸਾਨੂੰ ਅਰਥੀ ਚੱਕਣ ਨੂੰ ਸਾਨੂੰ ਕਹਿੰਦਾ, ਤਾਂ ਹੁਣ ਜ਼ਿੰਮੇਵਾਰੀ ਜਦੋਂ ਗੱਲ ਆਈ ਆ ਗੱਦੀ ਤੇ ਬਹਿਣ ਦੀ, ਤੇ ਚੱਕ ਕੇ ਭਾਈ ਲੈਣਾ ਜਿਹਨੂੰ ਬਿਠਾ ਦਿੱਤਾ। ਫਿਰ ਰਹਿੰਦੇ ਉਹ ਕੀ ਉਹ ਸਹੀ ਡਿਸੀਜ਼ਨ ਲੈ ਪਾਉਂਦੇ ਵੀ ਕਿਹਨੂੰ ਬਿਠਾਉਣਾ ਉੱਥੇ? ਇਹ ਪਰਵਾਹ ਨਹੀਂ ਹੋਣੀ ਚਾਹੀਦੀ। ਉਹ ਵਿਧਾਨ ਬਣ ਗਏ ਉਹ ਆ, ਬਸ ਕੋਈ ਨਹੀਂ, ਕਫਨ ਹੋਵੇ, ਚਾਹੇ ਅਰਥੀ ਆ, ਚਾਹੇ ਸਿਵੇ ਆ, ਚਾਹੇ ਅੱਗ ਲੱਗਣੀ ਆ। ਜਦੋਂ ਅਸੀਂ ਸਾਡੀ ਵੈਲਿਊ, ਸਾਡੀ ਕੀਮਤ ਉਨਾ ਚਿਰ ਆ ਜਿੰਨਾ ਚਿਰ ਅਸੀਂ ਹੈਗੇ ਆ, ਜਿੰਨਾ ਚਿਰ ਸਾਡੇ ਵਿਚਾਰ ਜਿੰਦਾ ਆ, ਸਾਡੇ ਅੰਦਰ ਕ੍ਰਾਂਤੀ ਦੀ, ਇਨਕਲਾਬ ਦੀ, ਕੁਛ ਨਵਾਂ ਕਰਨ ਦੀ ਸੰਭਾਵਨਾ ਉਨਾ ਚਿਰ ਆ ਜਿੰਦਾ, ਜਿੰਨਾ ਚਿਰ ਅਸੀਂ ਜੀਣ ਦੀ ਚਾਹਨਾ ਰੱਖਦੇ ਆ, ਜਿੰਦਾ ਆ। ਜਿੱਦਣ ਅਸੀਂ ਸਮਝੌਤਿਆਂ ਦੇ ਰਾਹ ਪੈ ਗਏ, ਉਦਣ ਅਸੀਂ ਜਿਉਂਦਿਆਂ ਨੇ ਲਾਸ਼ ਬਣ ਜਾਣਾ, ਮੁਰਦੇ ਹੋ ਜਾਣਾ। ਮੁਰਦਿਆਂ ਦੀ ਥਾਂ ਸ਼ਮਸ਼ਾਨ ਘਾਟਾਂ ਵਿੱਚ ਹੁੰਦੀ। ਮੁਰਦਿਆਂ ਦੇ ਨੇੜੇ ਕੋਈ ਨਹੀਂ ਬਹਿੰਦਾ। ਗੁਰਬਾਣੀ ਚਾਹੁੰਦਾ ਨਾ ਵੀ ਆਦ ਘਰੀ ਕੋ ਨਾ ਰੱਖਿਆ, ਕਾਢੋ ਕਾਢੋ ਹੋਈ। ਕੋਈ ਨਹੀਂ ਖੜਦਾ ਨੇੜੇ, ਨਾ ਮੁਰਦਾ ਵਿਚਾਰਾਂ ਦੇ ਨੇੜੇ ਕੋ ਖੜਦਾ, ਨਾ ਮੁਰਦਾ ਜ਼ਮੀਰ ਦੇ ਨੇੜੇ ਖੜਦਾ, ਨਾ ਮੁਰਦਾ ਸਰੀਰ ਦੇ ਨੇੜੇ ਖੜਦਾ। ਗੰਧ ਆਉਂਦੀ ਆ, ਬਦਬੂ ਆਉਂਦੀ ਆ, ਨਫ਼ਰਤ, ਘਿਣਾ, ਆਪਣੇ ਆਪ ਤੋਂ ਵੀ ਘਿਣ ਆਉਣ ਲੱਗ ਪੈਂਦੀ ਬੰਦੇ ਨੂੰ, ਹੱਦ ਹੋ ਗਈ ਯਾਰ। ਨਹਾ ਕੇ ਆਉਂਦਾ, ਸ਼ਮਸ਼ਾਨ ਘਾਟਾਂ ਦੇ ਬਾਹਰ ਨਲਕੇ ਲੱਗੇ ਹੁੰਦੇ। ਜਿਨ੍ਹਾਂ ਪਿੰਡਾਂ ਦੇ ਵਿੱਚ ਵੀ ਜਦੋਂ ਨਹੀਂ ਸੀ ਕੁਛ ਵੀ ਹੁੰਦਾ ਨਾ ਇਦਾਂ ਇਕੱਲੇ, ਤਾਂ ਉਦੋਂ ਸਣੇ ਕੱਪੜੇ ਨਹਾ ਲੈਂਦੇ ਸੀ ਲੋਕ। ਇਦਾਂ
ਬੱਚਿਆਂ ਨੂੰ ਥੋੜ੍ਹਾ ਉੱਥੇ ਜਾਣ ਦਿੰਦੇ, ਪ੍ਰੈਗਨੈਂਟ ਔਰਤਾਂ ਨੂੰ ਨਹੀਂ ਜਾਣ ਦਿੰਦੇ, ਨਵੇਂ ਵਿਆਹਾਂ ਨੂੰ ਨਹੀਂ ਜਾਣ ਦਿੰਦੇ ਉੱਥੇ ਨੇੜੇ, ਜਿਨ੍ਹਾਂ ਦਾ ਵਿਆਹ ਧਰਿਆ ਹੁੰਦਾ ਸਾਹੇ, ਉਹਨਾਂ ਨੂੰ ਨਹੀਂ ਜਾਣ ਦਿੰਦੇ ਜਿਹੜੇ ਕਾਹਤੇ। ਇਸ ਕਰਕੇ ਜਦੋਂ ਨਵੇਂ ਵਿਚਾਰ ਗ੍ਰਹਿਣ ਕਰਨ ਦੀ ਗੱਲ ਆਉਂਦੀ ਹੈ ਨਾ, ਉਹਨਾਂ ਨੂੰ ਇਕੱਠੇ ਕਰਨ ਦੀ ਗੱਲ, ਗਿਆਨ ਲੈਣ ਦੀ ਗੱਲ ਆਉਂਦੀ, ਨਾਲ ਦੀ ਨਾਲ ਇਹ ਵੀ ਖਿਆਲ ਰੱਖੀਏ ਵੀ ਜਿਹੜਾ ਮਰ ਚੁੱਕਾ ਹੈ ਨਾ, ਜਿਹੜਾ ਮੁਰਦਾ ਆ, ਜਿਹਦੀ ਲੋੜ ਨਹੀਂ ਹੋ ਸਮੇਂ ਸਾਰਾ ਕੁਝ। ਕੱਲ ਬਲਜਿੰਦਰ ਹੁਣਾਂ ਨੇ ਪਰਸੋਂ ਦੇ ਪ੍ਰੋਗਰਾਮ 'ਚ ਬਹੁਤ ਡਿਟੇਲ ਦੇ ਨਾਲ ਇਹ ਗੱਲ ਡਿਸਕਸ ਕੀਤੀ ਆ ਵੀ ਜੋ ਕੁਛ ਹੈਗਾ ਨਾ ਸਾਡੇ ਆਲੇ ਦੁਆਲੇ ਸਾਰਾ ਬੰਦੇ ਨੂੰ ਮੁੱਖ ਰੱਖ ਕੇ ਤਿਆਰ ਕੀਤਾ ਗਿਆ। ਕੋਈ ਕਿਸੇ ਤਰ੍ਹਾਂ ਦੀ ਮਿਸ਼ਨਰੀ, ਅੱਜ ਸਕੂਲ ਬਣੇ ਹੋਆ, ਕੋਈ ਸਰਕਾਰਾਂ ਕੋਈ ਕੰਮ ਕਰਦੀਆਂ ਆ, ਸੜਕਾਂ ਬਣ ਰਹੀਆਂ ਆ, ਸਾਰਾ ਬੰਦੇ ਨੂੰ ਮੁੱਖ ਰੱਖ ਕੇ ਕੀਤਾ ਗਿਆ। ਤੇ ਜਿਨ੍ਹਾਂ ਨੇ ਇਹ, ਜਿਹਨੂੰ ਧਰਮ ਕਹਿੰਦੇ ਆ, ਰੱਬ ਕਹਿੰਦੇ ਆ, ਇਹ ਮਰਿਆਦਾ ਕਹਿੰਦੇ ਆ, ਕੋਈ ਕਿਸੇ ਨੇ ਧਰਮ ਦਾ ਨਾਂ ਦਿੱਤਾ, ਕਿਸੇ ਨੇ ਉਹਨੂੰ ਸਮਾਜ ਦਾ, ਸੰਸਥਾ ਦਾ ਨਾਂ ਦਿੱਤਾ, ਸਾਰਾ ਕੁਝ ਬੰਦੇ ਦੀ ਸੁਵਿਧਾ ਦੇ ਲਈ ਬਣਾਇਆ ਗਿਆ। ਬੰਦਾ ਇਹਨਾਂ ਲਈ ਨਹੀਂ ਹੈ, ਇਹ ਸਾਰਾ ਕੁਝ ਬੰਦੇ ਲਈ ਆ। ਜਿੱਦਣ ਸਿਆਣੇ ਹੋ ਗਏ ਤੁਸੀਂ ਇਹ ਕਹਿ ਦੇਣਾ, ਜਿੱਦਣ ਹਿੰਮਤ ਆ ਗਈ ਸਾਡੇ ਵਿੱਚ, ਜਿੱਦਣ ਅਸੀਂ ਇਦਾਂ ਆਪਣੇ ਆਪ ਨੂੰ ਨਾਨਕ ਦੀ ਗੱਦੀ ਦੇ ਵਾਰਸ ਬਣਾ ਲਿਆ, ਜਿੱਦਣ ਸਾਨੂੰ ਭਰੋਸਾ ਹੋ ਗਿਆ ਕਿ ਅੱਜ ਅਸੀਂ ਲਹਿਣੇ ਦੀ ਥਾਂ ਖੜ ਗਏ ਹਾਂ, ਅੱਜ ਜੇ ਹੋਵੇ ਨਾਨਕ ਨਾ, ਅੱਜ ਉਹ ਸਿਲੈਕਸ਼ਨ ਕਰੇ ਤੇ ਮੈਂ ਚੁਣਿਆ ਜਾਵਾਂ, ਉਦਣ ਅਸੀਂ ਕਹਿ ਦੇਣਾ ਵੀ ਰੱਬ ਬੰਦੇ ਲਈ ਬਣਾਇਆ ਗਿਆ ਸੀ। ਅੱਜ ਦੇ ਬੰਦੇ ਨੂੰ ਰੱਬ ਦੀ ਲੋੜ ਨਹੀਂ ਹੈ। ਜੋ ਕੁਛ ਉਸ ਬਣਾਏ ਹੋਏ ਰੱਬ ਦੇ ਰਾਹੀਂ ਬੰਦੇ ਨੂੰ ਸਿਖਾਇਆ ਜਾਣਾ ਸੀ, ਸਿਆਣਿਆਂ ਨੇ ਉਹ ਰੱਬ ਨਾਂ ਦੀ ਇੱਕ ਸ਼ੈ ਖੜੀ ਕਰਕੇ ਬੰਦੇ ਨੂੰ ਜੋ ਸਿਖਾਉਣਾ ਚਾਹੁੰਦੇ ਸੀ, ਸਮਾਜ ਨੂੰ ਦੱਸਣਾ ਚਾਹੁੰਦੇ ਸੀ, ਅੱਜ ਉਹ ਸਕੂਲਾਂ ਵਿੱਚੋਂ ਮਿਲ ਰਿਹਾ ਹੈ, ਅੱਜ ਸਟੇਟ ਦੇ ਰਹੀ ਆ। ਅੱਜ ਰੱਬ ਦੀ ਲੋੜ ਨਹੀਂ, ਰੱਬ ਨਾਂ ਦੀ ਪਰੰਪਰਾ, ਰੱਬ ਨਾਂ ਦੀ ਮਰਿਆਦਾ ਲੰਘ ਚੁੱਕੀ ਆ, ਮੁਰਦਾ ਹੋ ਚੁੱਕੀ ਆ, ਉਹਨੂੰ ਛੱਡ ਦੇਣਾ ਚਾਹੀਦਾ। ਉਹ ਪੁਰਾਣਾ ਵਿਚਾਰ ਹੋ ਗਿਆ। ਸਾਡੇ ਵਿਦਵਾਨਾਂ ਦੀ ਇਹ ਸਮੱਸਿਆ ਆ, ਉਹ ਇਤਿਹਾਸ ਦੇ ਪ੍ਰਪੇਖ ਵਿੱਚ ਜੀਣਾ ਚਾਹੁੰਦੇ ਆ। ਉਹ ਜਦੋਂ ਜੀਂਦੇ ਆ, ਜਦੋਂ ਗੱਲ ਕਰਦੇ ਆ, ਜਦੋਂ ਟਿੱਪਣੀ ਕਰਦੇ ਆ, ਉਹ ਇਤਿਹਾਸ ਨੂੰ ਮੁੱਖ ਰੱਖ ਕੇ ਕਰਦੇ ਆ। ਉਹਦੇ ਵਿੱਚ ਬਹੁਤ ਸੁਵਿਧਾ ਆ ਉਹਨਾਂ ਨੂੰ। ਇਤਿਹਾਸ ਦੇ ਵਿੱਚ ਜਦੋਂ ਪਿੱਛੇ ਝਾਤੀ ਮਾਰਨੀ ਨਾ, ਤੁਸੀਂ ਸਾਰਾ ਕੁਝ ਵਾਪਰ ਚੁੱਕਾ ਹੈ, ਜਿਹੜਾ ਕੁਝ ਵੀ ਬਦਲਣਾ ਨਹੀਂ, ਕੋਈ ਖਤਰਾ ਨਹੀਂ ਤੁਹਾਨੂੰ ਉਹਦੇ ਤੇ ਸਟੇਟਮੈਂਟ ਦੇਣ ਨੂੰ। ਉਹ ਜਦੋਂ ਤੁਸੀਂ ਸਿਰਫ ਰਿਪੀਟ ਕਰ ਰਹੇ, ਕਾਪੀ ਕਰਕੇ ਪੇਸਟ ਕਰ ਰਹੇ, ਹਾਂ, ਉਹਦੇ ਤੇ ਫਿਲਾਸਫੀ ਤੁਸੀਂ ਘੜ ਲੈਣੀ ਆਪਣੀ। ਪੰਜਾਬੀਆਂ ਦਾ ਸੁਭਾਅ ਆ ਇਹ, ਜਦੋਂ ਕੋਈ ਘਟਨਾ ਵਾਪਰਦੀ ਨਾ, ਉਹਦੇ ਹਰੇਕ ਘਟਨਾ ਦੇ ਉੱਤੇ ਜਦੋਂ ਕਿਸੇ ਵੀ ਇਨਸੀਡੈਂਟ ਦਾ ਉਹ ਜ਼ਿਕਰ ਕਰਦੇ ਆ, ਉਹਦੇ ਨਾਲ ਫਿਲਾਸਫੀ ਦੱਸ ਕੇ ਕਰਦੇ ਆ। ਜੇ ਤੁਸੀਂ ਪੰਜਾਬੀਆਂ ਨੂੰ ਕਿਸੇ ਨੂੰ ਇਹ ਦੱਸਦੇ ਆ ਕਿ ਉਹ ਹਸਬੈਂਡ ਵਾਈਫ ਦਾ ਝਗੜਾ ਹੋ ਗਿਆ, ਇੱਕ ਘਟਨਾ ਆ, ਠੀਕ ਹੈ ਜੀ, ਕਿ ਉਹ ਰਾਤ ਤੁਰੇ ਆਉਂਦੇ ਸੀ, ਉਹਨਾਂ ਦਾ ਐਕਸੀਡੈਂਟ ਹੋ ਗਿਆ, ਉਹਨਾਂ ਦੋ ਭਰਾਵਾਂ ਦਾ ਜ਼ਮੀਨ ਦਾ ਝਗੜਾ, ਕੋਈ ਵੀ ਘਟਨਾ, ਕੋਈ ਵੀ ਇਨਸੀਡੈਂਟ ਦੱਸੋ ਉਹਨਾਂ ਨੂੰ, ਤੇ ਉਹਦੇ ਉੱਤੇ ਫਟਾਫਟ ਫਿਲਾਸਫੀ ਉਹ ਦੱਸਣ ਲੱਗ ਪੈਂਦੇ। ਘਟਨਾ ਨੂੰ ਡਿਸਕਸ, ਗੱਲ ਤਾਂ ਇੰਨੀ ਹੁੰਦੀ ਵੀ ਹਾਂ ਠੀਕ ਹੈ ਜੀ, ਚਲੋ ਕੋਈ ਗੱਲ ਨਹੀਂ, ਸਾਰਿਆਂ ਦਾ ਹੁੰਦਾ ਹੈ। ਕੋਈ ਕਹੇ ਨਹੀਂ ਜੀ ਇਹ ਤਾਂ ਪਿੱਛੋਂ ਕਾਫੀ ਚਿਰ ਦਾ ਸਾਨੂੰ ਲੱਗਦਾ ਸੀ, ਅਸੀਂ ਉੱਥੇ ਫਿਲਾਸਫੀ ਦੇਣ ਲੱਗ ਪੈਂਦੇ ਅਸੀਂ। ਦੇਖੋ ਜੀ, ਦਰਅਸਲ ਇਦਾਂ ਹੁੰਦੀ ਆ, ਜਦੋਂ ਲਾਲਚ ਹੁੰਦਾ ਬੰਦੇ ਨੂੰ ਉਦੋਂ ਇਦਾਂ ਹੁੰਦੀ ਆ, ਜਦੋਂ ਸਵਾਰਥ ਹੁੰਦਾ ਉਦੋਂ ਇਦਾਂ ਹੁੰਦੀ ਆ, ਜਦੋਂ ਤੀਜਾ ਮੈਂਬਰ ਘਰ ਦੇ ਵਿੱਚ ਆ ਜਾ, ਜਦੋਂ ਕਿਸੇ ਦੀ ਗੱਲ ਸੁਣ ਲੱਗ ਪਿਆ ਬੰਦਾ, ਠੀਕ ਹੈ। ਇਤਿਹਾਸ ਦੇ ਨਾਲ ਅਸੀਂ ਇਦਾਂ ਕਰਦੇ, ਜਿਹੜੀਆਂ ਘਟਨਾਵਾਂ ਬੀਤ ਚੁੱਕੀਆਂ ਆ ਉਹਦੇ ਤੇ ਬੜੀ ਸੁਵਿਧਾ ਆ ਤੁਹਾਨੂੰ। ਹਰੇਕ ਬੰਦਾ ਨਾਮਾਂ ਦੇ ਉੱਤੇ ਫਿਲਾਸਫੀ, ਠੀਕ ਹੈ, ਤੇ ਦਇਆ ਜੀ, ਧਰਮ ਜੀ, ਠੀਕ ਹੈ। ਕਈ ਗੱਲਾਂ ਕੋਇਨਸੀਡੈਂਟਲੀ ਵਾਪਰ ਜਾਂਦੀਆਂ, ਉਹਦੇ ਲਈ ਜ਼ਰੂਰੀ ਨਹੀਂ ਹੈਗਾ ਸਾਨੂੰ ਪਿੱਛੋਂ ਤੱਥਾਂ ਨੂੰ ਲੱਭ ਕੇ ਨਾਲ ਜੋੜ ਕੇ, ਬਸ ਕੁਛ ਹੈਗਾ ਸਾਡੇ ਸਾਹਮਣੇ ਆਇਆ, ਸੁਣ ਲਿਆ ਤੁਸੀਂ। ਸਭ ਤੋਂ ਇੰਪੋਰਟੈਂਟ ਇਹ ਆ ਕਿ ਅੱਜ ਤੁਸੀਂ ਕੀ ਆ ਔਰ ਕੱਲ ਨੂੰ ਕਿਸ ਪਾਸੇ ਨੂੰ ਤੁਸੀਂ ਜਾ ਰਹੇ ਆ, ਦਿਸ਼ਾ ਕਿਹੜੀ ਆ ਤੁਹਾਡੀ, ਟੀਚਾ ਕੀ ਮਿਥਿਆ ਤੁਹਾਡਾ, ਆਪਣੇ ਟੀਚੇ ਨੂੰ ਪ੍ਰਾਪਤ ਹੋਣ ਦੇ ਲਈ ਤੁਸੀਂ ਕਿੰਨਾ ਕੁ ਨੇੜੇ ਜਾ ਰਹੇ ਆ, ਕੀ ਉਤਸ਼ਾਹ ਜਿੰਦਾ ਹੈ ਤੁਹਾਡੇ ਅੰਦਰ, ਅੱਜ ਵੀ ਸਹਿਣਸ਼ੀਲਤਾ ਹੈ ਤੁਹਾਡੇ ਅੰਦਰ, ਜਿਸ ਚਾਹ ਦੇ ਨਾਲ ਤੁਰੇ ਸੀ, ਜਿਹੜਾ ਜਜ਼ਬਾ ਲੈ ਕੇ ਤੁਰੇ ਸੀ, ਉਹ ਉਨਾ ਹੀ ਆ, ਵੱਧ ਗਿਆ ਆ,
ਜਾਂ ਘਟਦਾ ਜਾ ਰਿਹਾ, ਮਰਦਾ ਜਾ ਰਿਹਾ ਦਿਨੋਂ ਦਿਨ। ਕੀਤੇ ਹੋਏ ਕੰਮਾਂ ਤੋਂ ਨਿਰਾਸ਼ਾ ਕਿੰਨੀ ਕੁ ਆਉਂਦੀ ਆ ਸਾਨੂੰ। ਵਧਣਾ ਚਾਹੀਦਾ। ਜਿਹੜਾ ਖਾਤਾ ਤੁਹਾਡਾ ਨਾ, ਦੋ ਤਰ੍ਹਾਂ ਦਾ ਕੰਮ ਆ ਸਾਡੀ ਜ਼ਿੰਦਗੀ ਦੇ ਵਿੱਚ। ਇੱਕ ਤਾਂ ਅੰਦਰ ਆ ਸਾਡੇ, ਜਿਹੜੀ એનર્ਜੀ ਸਾਨੂੰ ਨਾ ਸਾਡੇ ਅੰਦਰ ਉਹ ਜਜ਼ਬਾ ਪੈਦਾ ਕਰਦੀ ਹੈ, ਇੱਕ ਪੈਸ਼ਨ ਪੈਦਾ ਕਰਦੀ ਆ ਕਿ ਮੈਂ ਕੁਝ ਕਰਾਂ। ਇੱਕ ਬਾਹਰ ਆ ਜਿਹੜੀ ਫਿਰ ਉਸ ਪੈਦਾ ਹੋਏ ਜਜ਼ਬੇ ਨੂੰ ਸਾਡੇ ਦਿਮਾਗ ਦੇ ਵਿਚਾਰਾਂ ਦੇ ਰਾਹੀਂ ਸਰੀਰ ਨੂੰ ਹੱਲਾਸ਼ੇਰੀ ਦਿੰਦੀ ਆ ਕਿ ਚੱਲ ਬਈ ਹੁਣ ਸਰੀਰ ਨੂੰ ਵੀ ਉਹ એનર્ਜੀ ਚਾਹੀਦੀ ਆ ਕਰਨੇ ਲਈ। ਹੁਣ ਜਦੋਂ ਤੁਸੀਂ ਅੰਦਰ ਜਿਹੜਾ ਜਜ਼ਬਾ ਪੈਦਾ ਹੋਇਆ, ਤੁਹਾਡੇ ਅੰਦਰ ਜਿਹੜੇ ਵਿਚਾਰ ਪੈਦਾ ਹੋਏ ਤੁਹਾਡੇ, ਉਹਨਾਂ ਨੂੰ ਪ੍ਰੈਕਟੀਕਲ ਸ਼ੇਪ ਦੇਣ ਲਈ ਸਰੀਰ ਨੂੰ ਤੋੜ ਲਿਆ। ਉਸ ਵੇਲੇ ਪਤਾ ਲੱਗਾ ਕਿ 2 ਛੁੱਟੀਆਂ ਕਰਨੀਆਂ ਪੈ ਗਈਆਂ, $5000 ਖਰਚਾ ਆ ਗਿਆ, ਕੋਲੋਂ ਲੱਗ ਗਿਆ, 4 ਦਿਨ ਟੱਬਰ ਤੋਂ ਵੱਖਰੇ ਰਹਿਣਾ ਪੈ ਗਿਆ। ਸਰੀਰ ਨੂੰ ਮਿਹਨਤ ਉਨਾ ਕੰਮ ਨਹੀਂ ਸੀ ਕਰਦੇ ਜਿੰਨੀ ਮਿਹਨਤ ਕਰਨੀ ਪੈ ਗਈ। ਉਹਦੇ ਨਾਲ ਵੀ એનર્ਜੀ ਵੇਸਟ ਹੋਈ ਆ। ਉਹ એનર્ਜੀ ਵੇਸਟ ਹੋਣ ਦੇ ਨਾਲ, ਜਿਹੜੀ ਬਾਹਰਲੀ એનર્ਜੀ ਸਾਡੀ ਵੇਸਟ ਹੁੰਦੀ ਆ, ਉਹ ਵੇਸਟ ਹੋਣ ਦੇ ਨਾਲ ਜਿਹੜਾ ਅੰਦਰ ਜਜ਼ਬਾ ਆ ਨਾ, ਉਹ ਘਟਣ ਲੱਗ ਪੈਂਦਾ। ਪੈਸ਼ਨ ਜਿਹੜਾ ਮੰਨ ਲਓ 80 ਤੇ ਸੀਗਾ, ਜਦੋਂ ਤੁਸੀਂ ਇੱਕ ਕਾਰਜ ਕੀਤਾ, ਕਾਰਜ ਨੂੰ 4 ਦਿਨ ਲੱਗ ਗਏ, $5000 ਲੱਗ ਗਿਆ, 8-8 10-10 ਘੰਟੇ ਤੁਹਾਡੇ ਲੱਗੇ, ਨੀਂਦ ਥੋੜੀ ਜਿਹੀ ਖਰਾਬ ਹੋ ਗਈ, ਟੱਬਰ ਤੋਂ ਦੂਰ ਰਹਿ ਗਏ, ਬੱਚਿਆਂ ਨੂੰ ਜੋ ਕੰਮ ਕਰਾਉਣਾ ਸੀ ਉਹ ਪਛੜ ਗਿਆ, ਗੱਡੀ ਧੋਣੀ ਹੋਈ ਤੁਹਾਡੀ, ਠੀਕ ਹੈ, ਸਰੀਰ ਉਹਨਾਂ ਲੱਕ ਤੁਹਾਡਾ ਸਹਿਣ ਜੋਗਾ ਨਹੀਂ ਸੀ, ਲੱਕ ਦੁਖਣ ਲੱਗ ਪਿਆ, ਠੀਕ ਹੈ। ਤੇ ਅੰਦਰਲਾ ਪੈਸ਼ਨ ਜਿਹੜਾ ਹੈ ਨਾ, ਜਿੱਥੇ 80 ਤੇ ਸੀਗਾ ਉਹ 60 ਤੇ ਰਹਿ ਜਾਣਾ, ਮੰਨ ਲਓ 50 ਤੇ ਰਹਿ ਜਾਣਾ। ਜਦੋਂ ਤੁਹਾਨੂੰ ਉਹ 4 ਦਿਨ ਲਾਉਣ ਤੋਂ ਬਾਅਦ ਦੁਬਾਰਾ ਅਗਲਾ ਫਿਰ ਕਹੇ ਵੀ ਆਪਾਂ ਸੋਮਵਾਰ ਨੂੰ ਫਿਰ ਕਰੀਏ, ਫਿਰ ਤੁਸੀਂ ਕਹਿਣਾ ਠਹਿਰੋ ਯਾਰ, ਅਜੇ 2 ਹਫ਼ਤੇ ਠਹਿਰ ਲਓ, ਠੀਕ ਹੈ। ਹੁਣ ਜਿਹੜਾ ਬਾਹਰ ਕੰਮ ਕਰਦੇ ਆ ਉਹਦੇ ਲਈ ਵੀ એનર્ਜੀ ਚਾਹੀਦੀ ਸਾਨੂੰ। ਜਿਹੜਾ ਅੰਦਰ ਪੈਸ਼ਨ ਆ, ਜਜ਼ਬਾ ਆ, ਜਿਹੜਾ ਉਹਨੂੰ ਜਮਾ ਕਰਨ ਲਈ, ਉਹਨੂੰ ਬਣਾਈ ਰੱਖਣ ਲਈ, ਮੇਨਟੇਨ ਕਰਨ ਲਈ, ਉਹ ਵੀ એનર્ਜੀ ਚਾਹੀਦੀ। ਹੁਣ ਉਹ ਅੰਦਰਲੀ ਬਣੀ ਰਹੇ, ਬਾਹਰ ਹੋਵੇ ਚਾਹੇ ਨਾ ਹੋਵੇ, ਅੰਦਰਲੀ ਬਣੀ ਰਹੇ। ਪਤਾ ਨਹੀਂ ਕਿਹੜੇ ਵੇਲੇ ਤੁਹਾਡੇ ਰਾਹੀਂ ਹੋਣਾ ਕੀ ਆ, ਕਦੋਂ ਤਵੀ ਤੇ ਬਹਿਣ ਦੀ ਲੋੜ ਪੈ ਜਾਏ। ਜੇ ਤੁਸੀਂ ਜਿਹੜੇ ਰਾਮ ਰਾਏ ਬਣੇ ਆ, ਜਿਹੜੇ ਪ੍ਰਿਥੀ ਚੰਦ ਬਣੇ ਆ, ਉਹ ਕੌਣ ਸੀਗੇ? ਰਾਮ ਰਾਏ ਨੂੰ ਗੁਰੂ ਹਰਿਰਾਏ ਸਾਹਿਬ ਐਵੇਂ ਥੋੜੀ ਤੋੜ ਰਹੇ ਆ। ਭਰੋਸਾ ਜਿੱਤਿਆ ਹੋਣਾ, ਸਾਰਾ ਕੁਝ ਕੀਤਾ ਹੋਣਾ, ਨੀਂਦ ਤਿਆਗੀ ਹੋਣੀ, ਆਪਣੀ ਪੂਰੀ ਇਮਾਨਦਾਰੀ ਦਿਖਾਈ ਹੋਣੀ ਆ, ਐਨ ਜਜ਼ਬੇ ਦੇ ਨਾਲ ਕੰਮ ਕਰਦੇ ਹੋਣੇ ਆ। ਤਾਂ ਹੀ ਭਰੋਸਾ ਕਰਕੇ ਗੁਰੂ ਸਾਹਿਬ ਕਹਿੰਦੇ ਵੀ ਜਾ ਕੇ ਜਿੱਥੇ ਭਾਈ ਜੇਠਾ ਜੀ ਨੂੰ ਭੇਜ ਰਹੇ, ਉੱਥੇ ਔਰੰਗਜ਼ੇਬ ਦੇ ਕੋਲ ਰਾਮ ਰਾਏ ਨੂੰ ਭੇਜ ਰਹੇ। ਪਰ ਉਹ ਬਾਹਰਲਾ ਕਰਦਾ ਕਰਦਾ ਅੰਦਰ ਵਾਲਾ ਜਿਹੜਾ ਆ ਉਹ ਖਾਤਾ ਖਾਲੀ ਹੋ ਗਿਆ, ਖਤਮ ਹੋ ਗਿਆ, ਸਹਿਣਸ਼ੀਲਤਾ ਖਤਮ ਹੋ ਗਈ, ਅੰਦਰੋਂ ਉਤਸ਼ਾਹ ਨਹੀਂ ਰਿਹਾ। ਸਾਡੇ ਨਾਲ ਵੀ ਵਾਪਰ ਸਕਦੀ ਆ ਜੇ ਕਿਤੇ ਅੰਦਰਲੀ ਬਣੀ ਰਹੇ। ਫਿਰ ਇਦਾਂ, ਫਿਰ ਜਦੋਂ ਅਗਲਾ ਲਾਲਚ ਵੀ ਦੇਵੇ ਨਾ, ਪ੍ਰਿਥੀ ਚੰਦ ਦੇ ਨਾਲ ਹੋਰ ਸਲੀਕੇ ਨਾਲ ਪੇਸ਼ ਆ ਰਿਹਾ ਅਗਲਾ, ਅਰਜਨ ਨਾਲ ਹੋਰ ਤਰੀਕੇ ਨਾਲ ਆ ਰਿਹਾ। ਗੁਰੂ ਰਾਮਦਾਸ ਜੀ ਅਰਜਨ ਪਾਤਸ਼ਾਹ ਨੂੰ ਜ਼ਿੰਮੇਵਾਰੀ ਦੇ ਰਹੇ ਆ, ਉਹ ਵੀ ਇਦਾਂ ਹੀ ਕੰਮ ਕਰਦੇ ਆ। ਸਾਰੇ ਦਰਬਾਰ ਦੀ ਸੰਗਤ ਦੀ ਲੁੱਕ ਆਫਟਰ ਕਰਦੇ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੁੰਦੀ ਆ, ਆਲੇ ਦੁਆਲੇ ਬਾਕੀਆਂ ਨੂੰ ਸੁਨੇਹੇ ਭੇਜ ਰਿਹਾ, ਕੰਮ ਕਰ ਰਹੇ ਆ। ਕਰਦਿਆਂ ਜਿਹੜਾ ਅੰਦਰਲਾ ਪੈਸ਼ਨ ਹੈ ਨਾ, ਅੰਦਰਲਾ ਜਜ਼ਬਾ ਆ, ਉਹ ਨਹੀਂ ਘਟਦਾ। ਜਦੋਂ ਬਾਦਸ਼ਾਹ ਦੇ ਕੋਲ ਜਾਂਦੇ ਆ, ਏਦਾਂ ਸਾਹਮਣੇ ਜਦੋਂ ਗੱਲ ਹੁੰਦੀ ਆ, ਅਗਲਾ ਕਹਿੰਦਾ ਇਹ ਗੱਲਾਂ ਮੰਨ ਜਾ, ਉਹ ਕਹਿੰਦੇ ਨਾ ਭੁੱਲ ਜਾ ਭਾਈ, ਉਹ ਕਹਿੰਦੇ ਤਵੀ ਤੇ ਬਿਠਾ ਲਾਂਗੇ। ਹੁਣ ਅੰਦਰ ਉਨਾ ਹੀ ਆ, ਜਿਹੜਾ 50-60 ਸੀ ਉਹ 80 ਤੋਂ ਹੁੰਦਾ 100 ਤੱਕ ਐਨ ਉਬਾਲੇ ਮਾਰ ਰਿਹਾ ਆ, ਉਹ ਤਾਂ ਉਛਲ ਰਿਹਾ। ਤਾਂ ਹੀ ਕਹਿੰਦੇ ਵੀ ਦੇਖ ਲੈ ਬਿਠਾ ਕੇ ਭਾਈ। ਅਸੀਂ ਤਾਂ ਪਹਿਲਾਂ ਮਰਨ ਕਬੂਲ ਹੋ ਕੇ ਸਾਰਾ ਕੁਝ ਕਰਕੇ, ਸਾਨੂੰ ਤਾਂ ਸੁਨੇਹਾ ਸੀ ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ। ਇਸ ਤਾਂ ਪਹਿਲੇ ਦਿਨ ਤੋਂ ਮੈਨੂੰ ਤਾਂ ਦੱਸਿਆ ਸੀ ਗੁਰੂ ਪਿਤਾ ਨੇ ਵੀ ਹਮ ਆਦਮੀ ਹਾਂ ਇੱਕਦਮੀ। ਜੇ ਤੂੰ ਚਾਹੁੰਦਾ ਆ, ਤੂੰ ਪਰਖ ਕਰਨੀ, ਕਸਵੱਟੀ ਇਹ ਲਾਉਣੀ ਆ ਤੇ ਲਾ ਕੇ ਦੇਖ ਲਾ। ਪਰ ਉਹਦੇ ਉਲਟ ਜਦੋਂ ਰਾਮ ਰਾਏ ਇਸੇ ਪੈਸ਼ਨ ਨਾਲ ਕੰਮ ਕਰਦਾ, ਸਾਰਾ ਕੁਝ ਕਰ ਰਿਹਾ, ਗੁਰੂ ਸਾਹਿਬ ਕਹਿੰਦੇ ਵਾਹ ਵਾਹ ਵਾਹ, ਆਹ ਪੁੱਤ ਮੇਰਾ ਜਿਹੜਾ ਇਹ ਸ਼ੇਰ ਪੁੱਤ ਆ, ਇਹ ਨਾਂ ਨੂੰ ਚਮਕਾਊ, ਠੀਕ ਹੈ। ਕਹਿੰਦੇ ਜਾ ਗੱਲ ਕਰਕੇ, ਉਹ ਜਾਂਦੇ ਤੇ એનર્ਜੀ ਕੰਮ ਇੰਨਾ ਕਰਦਾ, ਬਾਹਰਲਾ ਕਾਰਜ ਇੰਨਾ ਕਰਦਾ, ਜਿਹੜਾ ਅੰਦਰਲਾ ਜਜ਼ਬਾ ਆ ਉਹ ਫਿਰ ਸਮਝੌਤੇ ਦੇ ਰਾਹ ਪੈ ਜਾਂਦਾ।